इस साखी को हिंदी में देखने के लिए डिस्क्रिप्शन देखें। ਸਾਰੇ ਪਾਸੇ ਗਿਆਨ ਦਾ ਪ੍ਰਸਾਰ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਯਾਤਰਾ ਕਰਦੇ ਹੋਏ ਘਣੇ ਜੰਗਲਾਂ ਵਿੱਚੋਂ ਗੁਜ਼ਰ ਰਹੇ ਸਨ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ ਕਿੰਨਾ ਘਨਾ ਤੇ ਭਿਆਨਕ ਜੰਗਲ ਹੈ। ਇਵੇਂ ਲੱਗਦਾ ਹੈ ਜਿਵੇਂ ਇੱਥੇ ਕਦੀ ਕੋਈ ਆਇਆ ਹੀ ਨਾ ਹੋਵੇ। ਮੈਂ ਕਦੇ ਵੀ ਇਹ ਜਿਹਾ ਉਜਾੜ ਜੰਗਲ ਨਹੀਂ ਵੇਖਿਆ। ਗੁਰੂ ਜੀ ਨੇ ਕਿਹਾ, ਮਰਦਾਨਾ, ਜਦੋਂ ਕੋਈ ਸੱਚੇ ਮਨ ਨਾਲ ਈਸ਼ਵਰ ਦਾ ਸਿਮਰਨ ਕਰਦਾ ਹੈ ਤਾਂ ਉਜਾੜ ਸਥਾਨ ਵੀ ਖੁਸ਼ਨੁਮਾ ਹੋ ਜਾਂਦਾ ਹੈ। ਇਹ ਕਹਿਣ ਤੋਂ ਪਿੱਛੋਂ ਗੁਰੂ ਜੀ ਦੀਆਂ ਅੱਖਾਂ ਵਿੱਚੋਂ ਈਸ਼ਵਰ ਦੇ ਲਈ ਪ੍ਰੇਮ ਰੂਪੀ ਹੰਝੂ ਆ ਗਏ। ਉਹਨਾਂ ਨੇ ਈਸ਼ਵਰ ਦਾ ਭਜਨ ਗਾਇਆ। ਈਸ਼ਵਰ ਦਾ ਭਜਨ ਸੁਣਨ ਤੋਂ ਬਾਅਦ ਮਰਦਾਨਾ ਜੀ ਨੂੰ ਅਜਿਹਾ ਅਨੁਭਵ ਹੋਇਆ ਜਿਵੇਂ ਜੀਵਤ ਅਤੇ ਅਜੀਵਤ ਗੁਰੂ ਜੀ ਦੇ ਸਿਮਰਨ ਵਿੱਚ ਖੋ ਗਏ ਹੋਣ। ਉਹਨਾਂ ਨੂੰ ਅਜਿਹਾ ਅਨੁਭਵ ਹੋਣ ਲੱਗਾ ਜਿਵੇਂ ਸਾਰੇ ਪਾਸੇ ਲੋਕ ਹੀ ਲੋਕ ਹਨ। ਭਾਈ ਮਰਦਾਨਾ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਅਤੇ ਉਸ ਪਿੱਛੋਂ ਉਹਨਾਂ ਨੇ ਉਸ ਉਜਾੜ ਜੰਗਲ ਵਿੱਚ ਜਿੱਥੇ ਡਰ ਦਾ ਅਨੁਭਵ ਹੋ ਰਿਹਾ ਸੀ, ਇੱਕ ਅਜੀਬ ਜਿਹਾ ਸਕੂਨ ਮਹਿਸੂਸ ਕੀਤਾ। ਗੁਰੂ ਜੀ ਆਪ ਮਹਾਨ ਹੈ। ਥੋੜੀ ਦੇਰ ਪਿੱਛੋਂ ਉਹ ਅੱਗੇ ਚਲੇ ਗਏ। ਘਣਾ ਤੇ ਉਜਾੜ ਜੰਗਲ ਨਿਕਲ ਚੁੱਕਾ ਸੀ। ਉੱਥੇ ਕੁਝ ਖੇਤ ਦੇਖੇ ਜਾ ਸਕਦੇ ਸਨ। ਕੋਲ ਹੀ ਇੱਕ ਪਿੰਡ ਸੀ। ਉਹ ਪਿੰਡ ਬਹੁਤ ਹੀ ਖਤਰਨਾਕ ਡਾਕੂਆਂ ਦਾ ਸੀ। ਉਹਨਾਂ ਡਾਕੂਆਂ ਦੇ ਦਿਲ ਵਿੱਚ ਜ਼ਰਾ ਵੀ ਦਇਆ ਨਹੀਂ ਸੀ। ਜੋ ਵੀ ਰਾਹਗੀਰ ਉਸ ਪਿੰਡ ਵਿੱਚੋਂ ਗੁਜ਼ਰਦਾ, ਉਹ ਪਹਿਲਾਂ ਉਸ ਦੀ ਹੱਤਿਆ ਕਰਦੇ ਤੇ ਉਸ ਪਿੱਛੋਂ ਉਸ ਦਾ ਧਨ ਲੁੱਟ ਕੇ ਉਸ ਨੂੰ ਧਰਤੀ ਵਿੱਚ ਦਫਨਾ ਦਿੰਦੇ ਸਨ। ਉਸ ਪਿੰਡ ਨੂੰ ਦੇਖ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਮਰਦਾਨਾ, ਅਸੀਂ ਅੱਜ ਰਾਤ ਇਸ ਪਿੰਡ ਵਿੱਚ ਹੀ ਠਹਿਰਾਂਗੇ। ਜੀ ਗੁਰੂ ਜੀ। ਗੁਰੂ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ, ਮਰਦਾਨਾ, ਆਓ ਦੇਖੋ ਇੱਕ ਆਬਾਦ ਅਤੇ ਉਜਾੜ ਸਥਾਨ ਵਿੱਚ ਕੀ ਫਰਕ ਹੈ। ਇਹ ਗੱਲ ਕਰਦੇ ਹੋਏ ਉਹਨਾਂ ਨੇ ਪਿੰਡ ਵਿੱਚ ਪ੍ਰਵੇਸ਼ ਕੀਤਾ। ਇੱਕ ਘਰ ਵਿੱਚ ਪ੍ਰਵੇਸ਼ ਕਰਦੇ ਹੀ ਘਰ ਦਾ ਮਾਲਕ ਖੁਸ਼ ਹੁੰਦਾ ਹੋਇਆ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗਾ, ਆਪ ਦੋਨੋਂ ਦਾ ਸਵਾਗਤ ਹੈ ਜੀ ਆਇਆਂ ਨੂੰ। ਰਾਤ ਨੂੰ ਮੇਰੇ ਘਰ ਵਿੱਚ ਠਹਿਰੋ। ਇੱਥੇ ਭੋਜਨ ਚੱਖੋ, ਪਾਣੀ ਪੀਓ ਅਤੇ ਆਪਣੀ ਯਾਤਰਾ ਦੀ ਥਕਾਨ ਉਤਾਰੋ ਅਤੇ ਆਪਣੀ ਇੱਛਾ ਅਨੁਸਾਰ ਆਪ ਇੱਥੋਂ ਕਦੀ ਵੀ ਜਾ ਸਕਦੇ ਹੋ। ਗੁਰੂ ਜੀ ਮੁਸਕਰਾਏ ਅਤੇ ਉੱਥੇ ਬੈਠ ਗਏ। ਭਾਈ ਮਰਦਾਨਾ ਜੀ ਵੀ ਡਰਦੇ ਹੋਏ ਉਹਨਾਂ ਦੇ ਨਾਲ ਬੈਠ ਗਏ। ਜਿਸ ਆਦਮੀ ਨੇ ਗੁਰੂ ਜੀ ਦਾ ਸਵਾਗਤ ਕੀਤਾ ਸੀ, ਥੋੜੀ ਦੂਰ ਇੱਕ ਦੂਸਰੇ ਆਦਮੀ ਨਾਲ ਬਹੁਤ ਹੀ ਖੂਫੀਆ ਢੰਗ ਨਾਲ ਗੱਲਾਂ ਕਰ ਰਿਹਾ ਸੀ। ਦੋਨੋਂ ਕਾਫੀ ਅਮੀਰ ਲੱਗਦੇ ਨੇ। ਮੈਂ ਤੁਹਾਡੀ ਸਹਾਇਤਾ ਕਰਾਂਗਾ, ਪਰ ਲੂਟ ਦਾ ਮਾਲ ਅੱਧਾ ਮੇਰਾ ਹੋਵੇਗਾ। ਠੀਕ ਹੈ, ਦੋਨੋਂ ਲੂਟ ਦਾ ਮਾਲ ਅੱਧਾ ਅੱਧਾ ਕਰ ਲੇਵਾਂਗੇ। ਜਿਸ ਵਿਅਕਤੀ ਦੇ ਘਰ ਗੁਰੂ ਜੀ ਠਹਿਰੇ ਸਨ, ਉਸਨੇ ਪੂਰੀ ਯੋਜਨਾ ਬਣਾ ਲਈ ਸੀ। ਰਾਤ ਨੂੰ ਜਦੋਂ ਇਹ ਸੋ ਜਾਣਗੇ ਤਾਂ ਇਹਨਾਂ ਦੇ ਕੱਪੜੋਂ ਵਿੱਚੋਂ ਸਾਰਾ ਧਨ ਕੱਢ ਲੇਵਾਂਗੇ। ਜਿਵੇਂ ਹੀ ਇਹ ਲੋਕ ਜਾਣਗੇ, ਉਸੇ ਵਕਤ ਇਹਨਾਂ ਲੋਕਾਂ ਦੀ ਜ਼ੁਬਾਨ ਅਸੀਂ ਬੰਦ ਕਰ ਦੇਵਾਂਗੇ। ਦੋਨੋਂ ਲੁਟੇਰੇ ਅੱਧੀ ਰਾਤ ਨੂੰ ਉੱਠਣ ਦੀ ਯੋਜਨਾ ਬਣਾ ਕੇ ਆਰਾਮ ਨਾਲ ਸੌ ਗਏ। ਪਰੰਤੂ ਈਸ਼ਵਰ ਦੀ ਕਿਰਪਾ ਨਾਲ ਪਤਾ ਨਹੀਂ ਕੀ ਹੋਇਆ, ਅੱਧੀ ਰਾਤ ਉੱਠਣ ਦੀ ਜਗ੍ਹਾ ਦੋਨੋਂ ਗਹਿਰੀ ਨੀਂਦ ਵਿੱਚ ਸੁੱਤੇ ਰਹੇ। ਪ੍ਰਭਾਤ ਵੇਲੇ ਭਾਈ ਮਰਦਾਨਾ ਜੀ ਅਤੇ ਗੁਰੂ ਜੀ ਨੇ ਇਸ਼ਨਾਨ ਕਰਨ ਤੋਂ ਬਾਅਦ ਉਹ ਜਗ੍ਹਾ ਛੱਡ ਦਿੱਤੀ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਪੁੱਛਿਆ, ਗੁਰੂ ਜੀ ਇਹ ਜਿਹਾ ਕੀ ਹੋਇਆ ਕਿ ਉਹਨਾਂ ਦੀ ਨੀਂਦ ਨਹੀਂ ਖੁੱਲੀ? ਗੁਰੂ ਜੀ ਨੇ ਕਿਹਾ, ਉਹਨਾਂ ਨੂੰ ਗਹਿਰੀ ਨੀਂਦ ਈਸ਼ਵਰ ਨੇ ਦਿੱਤੀ ਹੈ ਤਾਂ ਕਿ ਉਹਨਾਂ ਦਾ ਸ਼ੈਤਾਨ ਦਿਮਾਗ ਸ਼ਾਂਤ ਹੋ ਜਾਏ। ਚੇਤਨਾ ਅਤੇ ਸਕੂਨ ਦੀ ਨੀਂਦ ਤਾਂ ਈਸ਼ਵਰ ਉਹਨਾਂ ਨੂੰ ਦਿੰਦਾ ਹੈ ਜੋ ਉਸ ਦਾ ਸਿਮਰਨ ਕਰਦੇ ਹਨ। ਲੋਕ ਜਦੋਂ ਜਾਗਦੇ ਹਨ, ਉਹ ਬੁਰੇ ਕੰਮ ਹੀ ਕਰਦੇ ਹਨ ਅਤੇ ਉਹ ਥੱਕ ਜਾਂਦੇ ਹਨ ਤੇ ਸੋ ਜਾਂਦੇ ਹਨ। ਅਜੇ ਭਾਈ ਮਰਦਾਨਾ ਜੀ ਅਤੇ ਗੁਰੂ ਜੀ ਥੋੜੀ ਹੀ ਦੂਰ ਨਿਕਲੇ ਸਨ ਕਿ ਡਾਕੂ ਜਾਗ ਗਏ। ਉਹਨਾਂ ਨੇ ਇੱਧਰ ਉੱਧਰ ਦੇਖਿਆ ਪਰ ਉੱਥੇ ਕੋਈ ਨਹੀਂ ਸੀ। ਇੱਕ ਡਾਕੂ ਨੇ ਦੂਜੇ ਨੂੰ ਕਿਹਾ, ਆਪਣੀ ਇਹ ਗੱਲ ਤੈਅ ਹੋਈ ਸੀ ਕਿ ਰਾਤ ਨੂੰ ਅਸੀਂ ਉਹਨਾਂ ਨੂੰ ਮਾਰਾਂਗੇ ਤੇ ਲੁੱਟ ਦਾ ਮਾਲ ਅੱਧਾ ਅੱਧਾ ਕਰ ਲੇਵਾਂਗੇ। ਮੈਂ ਇੱਥੇ ਸੁੱਤਾ ਰਿਹਾ, ਜਿਸ ਦਾ ਫਾਇਦਾ ਉਠਾ ਕੇ ਤੂੰ ਰਾਤ ਨੂੰ ਉਹਨਾਂ ਨੂੰ ਅਕੇਲੇ ਹੀ ਮਾਰ ਦਿੱਤਾ ਅਤੇ ਉਹਨਾਂ ਦੀ ਲਾਸ਼ ਨੂੰ ਠਿਕਾਣੇ ਲਾ ਕੇ ਲੁੱਟ ਦਾ ਸਾਰਾ ਮਾਲ ਅਕੇਲੇ ਹੀ ਲੈ ਲਿਆ। ਤੂੰ ਇਹ ਸਹੀ ਨਹੀਂ ਕੀਤਾ। ਮੇਰਾ ਹਿੱਸਾ ਮੈਨੂੰ ਦੇ। ਉਹ ਜਿਸ ਤਰ੍ਹਾਂ ਤੂੰ ਸਮਝ ਰਹਾ ਹੈ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਜਿਵੇਂ ਤੇਰੀ ਨੀਂਦ ਨਹੀਂ ਖੁੱਲੀ, ਉਸੇ ਤਰ੍ਹਾਂ ਮੇਰੀ ਨੀਂਦ ਵੀ ਨਹੀਂ ਖੁੱਲੀ। ਇਵੇਂ ਲੱਗਦਾ ਹੈ ਜਿਵੇਂ ਉਨ ਲੋਕਾਂ ਨੂੰ ਸਾਨੂੰ ਕੋਈ ਨਸ਼ਾ ਦੇ ਦਿੱਤਾ ਸੀ, ਜੇ ਉਹ ਕੋਈ ਜਾਦੂਗਰ ਸੀ।
नहीं नहीं, मैं तेरी गल नहीं मनदा। तेरे मन विच लालच आ गया है, सारा धन तू खुद ही लेना चाहता है। ਦੋਨਾਂ ਵਿੱਚ ਵਾਦ ਵਿਵਾਦ ਵੱਧਦਾ ਗਿਆ। ਗੁਰੂ ਜੀ ਜਿਸ ਦੇ ਘਰ ਠਹਿਰੇ ਸੀ ਉਸ ਡਾਕੂ ਨੇ ਕਸਮ ਖਾਧੀ। ਫਿਰ ਜਾ ਕੇ ਵਾਦ ਵਿਵਾਦ ਖਤਮ ਹੋਇਆ। ਹੁਣ ਡਾਕੂਆਂ ਨੂੰ ਵੀ ਸਾਰੀ ਗੱਲ ਪਤਾ ਚੱਲ ਚੁੱਕੀ ਸੀ। ਸਾਰੇ ਉਹਨਾਂ ਨੂੰ ਲੱਭਣ ਲਈ ਨਿਕਲੇ। ਡਾਕੂਆਂ ਦੀ ਨਜ਼ਰ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਤੇ ਪੈ ਚੁੱਕੀ। ਉਹ ਜ਼ੋਰ ਦੀ ਚੀਕੇ, ਬਚਣ ਦੀ ਕੋਸ਼ਿਸ਼ ਨਾ ਕਰਨਾ, ਤੁਸੀਂ ਲੋਕ ਸਾਡੇ ਤੋਂ ਬਚ ਨਹੀਂ ਸਕਦੇ। ਗੁਰੂ ਜੀ ਅਤੇ ਭਾਈ ਮਰਦਾਨਾ ਜੀ ਉੱਥੇ ਹੀ ਰੁਕ ਗਏ। ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ, ਗੁਰੂ ਜੀ ਇਹ ਤਾਂ ਉਹੀ ਲੁਟੇਰੇ ਹਨ, ਸਾਨੂੰ ਇਹਨਾਂ ਨੂੰ ਕਹਿ ਦੇਣਾ ਚਾਹੀਦਾ ਹੈ ਕਿ ਸਾਡੇ ਕੋਲ ਕੁਝ ਵੀ ਨਹੀਂ ਹੈ। ਜੇ ਅਸੀਂ ਉਹਨਾਂ ਨੂੰ ਇਹ ਕਹਿ ਦੇਵਾਂਗੇ ਤੇ ਉਹ ਸਾਨੂੰ ਛੱਡ ਦੇਵਾਂਗੇ। ਅਸਲ ਵਿੱਚ ਵੀ ਸਾਡੇ ਕੋਲ ਇਸ ਰਿਬਾਬ ਨੂੰ ਛੱਡ ਕੇ ਕੁਝ ਵੀ ਨਹੀਂ ਹੈ। ਜੇ ਇਹ ਲੋਕ ਸਾਡੇ ਕੋਲ ਇਸ ਰਿਬਾਬ ਨੂੰ ਮੰਗेंगे ਤਾਂ ਅਸੀਂ ਉਹਨਾਂ ਨੂੰ ਦੇ ਦੇਵਾਂਗੇ। ਘੱਟੋ ਘੱਟ ਉਨ ਲੋਕਾਂ ਤੋਂ ਸਾਡੀ ਜਾਨ ਤੋਂ ਛੁੱਟੇਗੀ। ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਮੁਸਕਰਾਉਂਦੇ ਹੋਏ ਕਿਹਾ, ਮਰਦਾਨਾ, ਦੇਖਦੇ ਹਾਂ ਕਿ ਅੱਜ ਉਹ ਸਾਨੂੰ ਲੁੱਟਦੇ ਹਨ ਜਾਂ ਫਿਰ ਖੁਦ ਹੀ ਲੁੱਟੇ ਜਾਂਦੇ ਹਨ। ਇਹ ਸੁਣ ਕੇ ਭਾਈ ਮਰਦਾਨਾ ਜੀ ਨੂੰ ਕੁਝ ਸ਼ਾਂਤੀ ਮਿਲੀ। ਡਾਕੂ ਗੁੱਸੇ ਵਿੱਚ ਬੁੜਬੁੜਾਉਂਦੇ ਹੋਏ ਆ ਰਹੇ ਸੀ, ਪਰ ਜਿਵੇਂ ਜਿਵੇਂ ਉਹ ਉਹਨਾਂ ਦੇ ਨਜ਼ਦੀਕ ਆ ਰਹੇ ਸੀ ਉਵੇਂ ਉਵੇਂ ਹੀ ਉਹਨਾਂ ਦੀ ਸ਼ਕਤੀ ਕਮਜ਼ੋਰ ਹੋ ਰਹੀ ਸੀ। ਗੁਰੂ ਜੀ ਨੇ ਕਿਹਾ, ਤੁਸੀਂ ਕੌਣ ਲੋਕ ਹੋ? ਅਸੀਂ ਇਹ ਜਿਹੇ ਭਿਆਨਕ ਡਾਕੂ ਹਾਂ ਜੋ ਲੋਕਾਂ ਨੂੰ ਪਹਿਲਾਂ ਮਾਰਦੇ ਹਾਂ ਤੇ ਫਿਰ ਲੁੱਟਦੇ ਹਾਂ। ਤੁਹਾਡੇ ਲੋਕਾਂ ਕੋਲ ਧਨ ਹੈ, ਤੁਸੀਂ ਲੋਕ ਸਵੇਰੇ ਇਨ੍ਹਾਂ ਲੋਕਾਂ ਨੂੰ ਧੋਖਾ ਦੇ ਕੇ ਨਿਕਲ ਗਏ ਹੋ। ਕੀ ਸੋਚਦੇ ਸੀ ਕਿ ਬਚ ਜਾਵੋਗੇ? ਹੁਣ ਪਹਿਲਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ ਤੇ ਫਿਰ ਤੁਹਾਡਾ ਸਾਰਾ ਧਨ ਲੁੱਟ ਲਾਵਾਂਗੇ। ਭਾਈ ਮਰਦਾਨਾ ਜੀ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਸੀ, ਪਰ ਗੁਰੂ ਜੀ ਵੱਲ ਦੇਖ ਕੇ ਉਹ ਚੁੱਪ ਹੋ ਗਏ। ਗੁਰੂ ਜੀ ਨੇ ਡਾਕੂ ਵੱਲ ਦੇਖਿਆ ਅਤੇ ਉਹਨਾਂ ਨੂੰ ਕਿਹਾ, ਠੀਕ ਹੈ, ਤੁਸੀਂ ਸਾਨੂੰ ਮਾਰ ਦਿਓ, ਪਰ ਉਸ ਤੋਂ ਬਾਅਦ ਤੁਹਾਨੂੰ ਇੱਕ ਕੰਮ ਕਰਨਾ ਪਵੇਗਾ। ਕਿਹੜਾ ਕੰਮ? ਸਾਨੂੰ ਮਾਰਨ ਤੋਂ ਪਿੱਛੋਂ ਸਾਡੇ ਸਰੀਰ ਇੱਥੇ ਨਾ ਛੱਡ ਦੇਣਾ। ਇਹ ਜੰਗਲ ਹੈ, ਬਹੁਤ ਸਾਰੀਆਂ ਲੱਕੜਾਂ ਜਲਾਉਣ ਦੇ ਲਈ ਹਨ। ਤੁਸੀਂ ਸਾਡੇ ਸਰੀਰਾਂ ਨੂੰ ਜਲਾ ਕੇ ਉਹਨਾਂ ਦਾ ਅੰਤਮ ਸੰਸਕਾਰ ਕਰ ਦੇਣਾ। ਇਹ ਤੁਹਾਡੇ ਲਈ ਵੀ ਚੰਗਾ ਰਹੇਗਾ, ਕਿਉਂਕਿ ਸਾਡਾ ਕੋਈ ਨਾਮ ਨਿਸ਼ਾਨ ਹੀ ਨਹੀਂ ਬਚੇਗਾ ਤੇ ਤੁਹਾਡੇ ਤੇ ਸ਼ੱਕ ਵੀ ਨਹੀਂ ਹੋਵੇਗਾ। ਕੀ ਕਹਿੰਦੇ ਹੋ? ਅੰਤਿਮ ਸੰਸਕਾਰ ਕਰ ਦਈਏ? ਸਾਨੂੰ ਇਸ ਦੀ ਕੀ ਜ਼ਰੂਰਤ ਹੈ? ਕੌਣ ਲੱਕੜਾ ਲਾਵੇਗਾ? ਕੌਣ ਅੱਗ ਲਗਾਏਗਾ? ਸਾਨੂੰ ਇਨ੍ਹਾਂ ਝੰਜਟ ਪਾਲਣ ਦੀ ਕੀ ਲੋੜ ਹੈ? ਮਾਰੋ ਇਹਨਾਂ ਨੂੰ ਤੇ ਚਲੋ ਆਪਣਾ ਲੂਟ ਦਾ ਸਮਾਨ ਲੈ ਕੇ। ਪਤਾ ਨਹੀਂ ਕਿਉਂ ਉਹਨਾਂ ਵਿੱਚੋਂ ਇੱਕ ਡਾਕੂ ਨੂੰ ਡਰ ਲੱਗ ਰਿਹਾ ਸੀ। ਉਹ ਘਬਰਾਇਆ ਹੋਇਆ ਬੋਲਿਆ, ਸਰਦਾਰ, ਅੱਜ ਤੋਂ ਕਦੀ ਵੀ ਸਾਡਾ ਦਿਮਾਗ ਕਿਸੇ ਨੂੰ ਮਾਰਨ ਤੋਂ ਪਹਿਲਾਂ ਕਦੀ ਵੀ ਨਹੀਂ ਝਿਜਕਿਆ। ਕਿਸੇ ਨੇ ਇਹ ਵੀ ਨਹੀਂ ਕਿਹਾ ਕਿ ਸਾਨੂੰ ਮਾਰ ਦਿਓ। ਜਿਸ ਨੂੰ ਵੀ ਅਸੀਂ ਮਾਰਿਆ, ਮਰਨ ਤੋਂ ਪਹਿਲਾਂ ਉਸਨੇ ਜੀਵਨ ਦੀ ਭੀਖ ਮੰਗੀ। ਇਹ ਜਿਹੇ ਵੀ ਲੋਕ ਆਏ ਜਿਨ੍ਹਾਂ ਕੋਲ ਹਥਿਆਰ ਸੀ, ਉਹਨਾਂ ਨੇ ਸਾਡੇ ਨਾਲ ਲੜਾਈ ਕੀਤੀ ਤੇ ਕਾਫੀ ਮੁਸ਼ਕਿਲਾਂ ਤੋਂ ਬਾਅਦ ਅਸੀਂ ਉਹਨਾਂ ਨੂੰ ਮਾਰਿਆ ਤੇ ਲੁੱਟਿਆ। ਹਰ ਕੋਈ ਇਹ ਸੋਚਦਾ ਸੀ ਕਿ ਉਹਨਾਂ ਦੀ ਜਾਨ ਬਚ ਜਾਏ, ਪਰ ਇਹ ਕਿਸੇ ਹੋਰ ਹੀ ਮਿੱਟੀ ਦੇ ਬਣੇ ਹਨ ਜੇ ਆਪਣੀ ਮੌਤ ਖੁਸ਼ੀ ਨਾਲ ਸਵੀਕਾਰ ਕਰ ਰਹੇ ਹਨ। ਇਹਨਾਂ ਦੇ ਮਨ ਵਿੱਚ ਜਰਾ ਵੀ ਸੰਕੋਚ ਨਹੀਂ ਹਨ। ਸਾਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਇਹ ਕਹਿ ਰਹੇ ਹਨ। ਜੇ ਅਸੀਂ ਇਹਨਾਂ ਨੂੰ ਜਲਾ ਦੇਵਾਂਗੇ ਤਾਂ ਸਾਡੇ ਖਿਲਾਫ ਕੋਈ ਸੁਰਾਗ ਵੀ ਨਹੀਂ ਬਚੇਗਾ। ਅਸੀਂ ਕਾਫੀ ਲੋਕ ਹਾਂ, ਕੁਝ ਇਹਨਾਂ ਦੀ ਨਿਗਰਾਨੀ ਕਰ ਲਵਾਂਗੇ ਤੇ ਕੁਝ ਲੋਕ ਅੱਗ ਦਾ ਪ੍ਰਬੰਧ ਕਰ ਲਵਾਂਗੇ, ਪਰ ਅੱਗ ਲਾਓਗੇ ਕਿੱਥੋਂ? ਇਹ ਸੁਣਦੇ ਹੀ ਗੁਰੂ ਜੀ ਨੇ ਇੱਕ ਤਰਫ ਦੇਖਿਆ। ਉੱਥੇ ਦਰਖਤਾਂ ਦੇ ਪਿੱਛੇ ਧੂਆਂ ਉੱਠ ਰਿਹਾ ਸੀ। ਗੁਰੂ ਜੀ ਨੇ ਕਿਹਾ, ਉੱਥੋਂ ਅੱਗ ਲੈ ਕੇ ਆਓ। ਜਿਸ ਡਾਕੂ ਨੇ ਉਹਨਾਂ ਨੂੰ ਜਲਾਉਣ ਦਾ ਸੁਝਾਅ ਦਿੱਤਾ ਸੀ, ਉਹ ਹੋਰ 2 ਡਾਕੂਆਂ ਦੇ ਨਾਲ ਅੱਗ ਲੈਣ ਚਲਾ ਗਿਆ। ਉਹ ਕੁਝ ਹੀ ਦੂਰ ਗਏ ਸੀ ਕਿ ਉਹਨਾਂ ਨੇ ਦੇਖਿਆ ਇੱਕ ਵਿਅਕਤੀ ਜੋ ਨਿਰਵਸਤਰ ਸੀ, ਉਸ ਨੂੰ ਕੁਝ ਲੋਕ ਕੈਦੀਆਂ ਦੀ ਤਰ੍ਹਾਂ ਕਿਤੇ ਲੈ ਕੇ ਜਾ ਰਹੇ ਸੀ। ਡਾਕੂਆਂ ਨੇ ਜਦੋਂ ਉਹਨਾਂ ਨੂੰ ਧਿਆਨ ਨਾਲ ਦੇਖਣਾ ਚਾਹਿਆ ਤਾਂ ਉਹਨਾਂ ਨੂੰ ਕੁਝ ਨਹੀਂ ਦਿਖਿਆ। ਜਦੋਂ ਉਹ ਲੋਕ ਅੱਗ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉੱਥੇ ਇੱਕ ਚਿਤਾ ਜਲ ਰਹੀ ਸੀ। ਇੱਕ ਡਾਕੂ ਨੇ ਜਲਦੀ ਹੋਈ ਲੱਕੜ ਨੂੰ ਚੱਕਿਆ ਅਤੇ ਸਾਰੇ ਵਾਪਸ ਹੋਰ ਡਾਕੂਆਂ ਕੋਲ ਜਾਣ ਲਈ ਨਿਕਲ ਪਏ। ਪਰ ਫਿਰ ਉਹਨਾਂ ਨੂੰ ਕੁਝ ਹੋਰ ਹੀ ਦਿਖਾਈ ਦਿੱਤਾ।
ਕਿ ਉਹ ਵਿਅਕਤੀ ਜੋ ਪਹਿਲਾਂ ਨਿਰਵਸਤਰ ਕੈਦੀਆਂ ਦੀ ਤਰ੍ਹਾਂ ਜਾ ਰਿਹਾ ਸੀ, ਹੁਣ ਉਸ ਨੂੰ ਬਹੁਤ ਸ਼ਾਨੋ ਸ਼ੌਕਤ ਨਾਲ ਦੂਜੀ ਤਰਫ ਲਿਜਾਇਆ ਜਾ ਰਿਹਾ ਸੀ। ਜੋ ਲੋਕ ਉਸ ਨੂੰ ਕੈਦੀ ਦੀ ਤਰ੍ਹਾਂ ਲੈ ਜਾ ਰਹੇ ਸੀ, ਉਹ ਆਪਸ ਵਿੱਚ ਗੱਲਾਂ ਕਰ ਰਹੇ ਸੀ। ਸਾਡੀ ਕੈਦ ਵਿੱਚ ਸੀ, ਪਰ ਹੁਣ ਸਾਨੂੰ ਇਸ ਨੂੰ ਛੱਡਣ ਦਾ ਹੁਕਮ ਮਿਲਿਆ ਹੈ। ਇਹ ਸਭ ਸੁਣ ਕੇ ਡਾਕੂਆਂ ਦੀ ਜਿਗਿਆਸਾ ਵੱਧ ਗਈ। ਉਹਨਾਂ ਨੇ ਉਹ ਲੋਕਾਂ ਨੂੰ ਪੁੱਛਿਆ, ਕੌਣ ਹੋ ਤੁਸੀਂ ਲੋਕ? ਅਸੀਂ ਤੁਹਾਨੂੰ ਸਿਰਫ ਦੇਖ ਸਕਦੇ ਹਾਂ, ਪਰ ਸਿਰਫ ਇੱਕ ਆਭਾਸ ਜਿਹਾ ਲੱਗਦਾ ਹੈ। ਇੱਕ ਪਾਸੇ ਇਸ ਵਿਅਕਤੀ ਨੂੰ ਕੈਦੀ ਕੀ ਤਰ੍ਹਾਂ ਨਿਰਵਸਤਰ ਲੈ ਜਾਇਆ ਜਾ ਰਿਹਾ ਸੀ ਤੇ ਦੂਜੇ ਪਾਸੇ ਇਸ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਲੈ ਜਾਇਆ ਜਾ ਰਿਹਾ ਹੈ। ਮਸਲਾ ਕੀ ਹੈ? ਉਹਨਾਂ ਲੋਕਾਂ ਨੇ ਡਾਕੂਆਂ ਨੂੰ ਦੱਸਿਆ, ਇਹ ਉਹੀ ਵਿਅਕਤੀ ਹੈ ਜਿਸ ਦੀ ਚਿਤਾ ਤੋਂ ਤੁਸੀਂ ਲੱਕੜ ਲੈ ਆਏ ਹੋ। ਇਹ ਉਸ ਵਿਅਕਤੀ ਦੀ ਆਤਮਾ ਹੈ। ਇਹ ਇੱਕ ਦੁਸ਼ਟ ਆਦਮੀ ਸੀ ਜਿਸ ਕਾਰਨ ਇਸ ਨੂੰ ਨਰਕ ਲੈ ਜਾਇਆ ਜਾ ਰਿਹਾ ਸੀ। ਜਦੋਂ ਕੋਈ ਵਿਅਕਤੀ ਬੁਰੇ ਕਰਮ ਕਰਦਾ ਹੈ ਤੇ ਉਸ ਨੂੰ ਜਦ ਉਸ ਦੇ ਬੁਰੇ ਕਰਮਾਂ ਦੀ ਸਜ਼ਾ ਮਿਲਦੀ ਹੈ, ਉਸ ਨੂੰ ਨਰਕ ਲੈ ਜਾਇਆ ਜਾਂਦਾ ਹੈ। ਹਮ ਉਸੀ ਨਰਕ ਦੇ ਦੂਤ ਹਾਂ ਅਤੇ ਉਹ ਲੋਕ ਸਵਰਗ ਦੇ ਦੂਤ ਹਨ। ਸਵਰਗ ਦੇ ਦੂਤ ਇਸ ਵਿਅਕਤੀ ਨੂੰ ਇੱਥੋਂ ਜ਼ਬਰਦਸਤੀ ਲੈ ਕੇ ਜਾ ਰਹੇ ਹਨ। ਪਹਿਲੇ ਇਹ ਵਿਅਕਤੀ ਸਾਡੀ ਕੈਦ ਵਿੱਚ ਸੀ, ਪਰ ਹੁਣ ਸਾਨੂੰ ਇਸ ਨੂੰ ਛੱਡਣਾ ਪਏਗਾ। ਡਾਕੂਆਂ ਨੇ ਸਵਰਗ ਦੇ ਦੂਤਾਂ ਨੂੰ ਪੁੱਛਿਆ, ਕਿਉਂ ਭਾਈ, ਤੁਸੀਂ ਇਸ ਵਿਅਕਤੀ ਨੂੰ ਇੱਥੋਂ ਇਹਨਾਂ ਦੀ ਮਰਜ਼ੀ ਦੇ ਖਿਲਾਫ ਕਿਉਂ ਲੈ ਜਾ ਰਹੇ ਹੋ? ਇਹ ਵਿਅਕਤੀ ਇੱਕ ਪਾਪੀ ਮਨੁੱਖ ਸੀ ਅਤੇ ਇਸ ਦੀ ਮੌਤ ਦੇ ਪਿੱਛੋਂ ਇਸ ਨੂੰ ਨਰਕ ਲੈ ਜਾਇਆ ਜਾ ਰਿਹਾ ਸੀ। ਜਦੋਂ ਨਰਕ ਦੇ ਦੂਤ ਇਸ ਨੂੰ ਨਰਕ ਲੈ ਜਾ ਰਹੇ ਸੀ ਤਾਂ ਇਸ ਦੀ ਦ੍ਰਿਸ਼ਟੀ ਇੱਕ ਸੰਤ ਨਾਲ ਮਿਲੀ। ਉਸ ਨਜ਼ਰ ਦੇ ਫਲਸਰੂਪ ਇਸ ਦੀ ਨਰਕ ਦੀ ਸਜ਼ਾ ਟਲ ਗਈ ਅਤੇ ਅਸੀਂ ਇਸ ਨੂੰ ਲੈਣ ਆ ਗਏ। ਇਹ ਜਿਹਾ ਕੌਣ ਸੰਤ ਹੈ ਜਿਸ ਦੀ ਨਜ਼ਰ ਵਿੱਚ ਇੰਨੀ ਸ਼ਕਤੀ ਹੈ? ਜਿਸ ਸੰਤ ਨੂੰ ਤੁਸੀਂ ਲੋਕ ਮਾਰਨਾ ਚਾਹੁੰਦੇ ਹੋ। ਇਹ ਸੁਣਦੇ ਹੀ ਸਾਰੇ ਡਾਕੂ ਘਬਰਾ ਗਏ ਅਤੇ ਗੁਰੂ ਜੀ ਦੇ ਨਜ਼ਦੀਕ ਆਂਦੇ ਹੀ ਉਹਨਾਂ ਦੇ ਪੈਰਾਂ ਵਿੱਚ ਡਿੱਗ ਗਏ। ਉੱਥੇ ਖੜੇ ਡਾਕੂ ਇਹ ਸੋਚ ਕੇ ਹੈਰਾਨ ਹੋ ਰਹੇ ਸੀ ਕਿ ਉਹਨਾਂ ਦੇ ਨਿਰਦਈ ਸਾਥੀ ਕਿਉਂ ਇਸ ਵਿਅਕਤੀ ਦੇ ਪੈਰਾਂ ਵਿੱਚ ਡਿੱਗ ਗਏ ਹਨ। ਇਹ ਜਿਹਾ ਕੀ ਹੋਇਆ ਕਿ ਤੁਸੀਂ ਇਹਨਾਂ ਦੇ ਪੈਰਾਂ ਵਿੱਚ ਡਿੱਗ ਗਏ ਹੋ? ਗੁਰੂ ਜੀ ਨੂੰ ਪਹਿਚਾਨ ਚੁੱਕੇ ਡਾਕੂ ਨੇ ਕਿਹਾ, ਇਹ ਗੁਰੂ ਜੀ ਹਨ, ਸ਼ਕਤੀ ਦਾ ਇੱਕ ਰੂਪ ਹਨ ਜਿਸ ਕਾਰਨ ਇਹ ਸਾਰੀ ਦੁਨੀਆ ਚੱਲ ਰਹੀ ਹੈ। ਜਦੋਂ ਅਸੀਂ ਇੱਕ ਆਮ ਆਦਮੀ ਨੂੰ ਮਾਰਾਂਗੇ ਤਾਂ ਸਾਨੂੰ ਪਰਮਾਤਮਾ ਸਜ਼ਾ ਦੇਵੇਗਾ, ਪਰ ਸੋਚੋ ਜਦੋਂ ਅਸੀਂ ਪਰਮਾਤਮਾ ਨੂੰ ਮਾਰਾਂਗੇ ਤਾਂ ਸਾਨੂੰ ਕੌਣ ਸਜ਼ਾ ਦੇਵੇਗਾ? ਡਾਕੂਆਂ ਨੇ ਸਾਰੀ ਗੱਲ ਆਪਣੇ ਸਾਥੀਆਂ ਨੂੰ ਦੱਸੀ। ਇਹ ਸਭ ਸੁਣਨ ਤੋਂ ਬਾਅਦ ਸਾਰੇ ਡਰ ਗਏ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਪੈ ਗਏ। ਡਾਕੂ ਜਦੋਂ ਅੱਗ ਲੈਣ ਗਏ ਸੀ, ਉਦੋਂ ਤੋਂ ਗੁਰੂ ਜੀ ਇੱਕ ਪੱਥਰ ਦੀ ਸ਼ਿਲਾ ਦੀ ਤਰ੍ਹਾਂ ਖੜੇ ਸਨ ਅਤੇ ਡਾਕੂਆਂ ਨੂੰ ਦੇਖ ਰਹੇ ਸਨ। ਉਹਨਾਂ ਦੇ ਚਿਹਰੇ ਤੇ ਇੱਕ ਅਲੌਕਿਕ ਸ਼ਕਤੀ ਸੀ। ਉਹਨਾਂ ਦੀਆਂ ਅੱਖਾਂ ਇੱਕ ਟੱਕ ਬਿਨਾਂ ਪਲਕਾਂ ਝਪਕਾਏ ਦੇਖ ਰਹੀਆਂ ਸਨ। ਉਹਨਾਂ ਦੇ ਸਾਹ ਇੰਨੇ ਹੌਲੀ ਚੱਲ ਰਹੇ ਸਨ ਜਿਵੇਂ ਉਹ ਸਾਹ ਲੈ ਹੀ ਨਹੀਂ ਰਹੇ ਸਨ। ਈਸ਼ਵਰ ਦੀ ਕਿਵੇਂ ਦੀ ਮਾਇਆ ਹੈ। ਜੋ ਲੋਕ ਥੋੜੀ ਦੇਰ ਪਹਿਲਾਂ ਗੁਰੂ ਜੀ ਨੂੰ ਮਾਰਨਾ ਚਾਹੁੰਦੇ ਸਨ, ਉਹ ਹੁਣ ਉਹਨਾਂ ਦੇ ਚਰਨਾਂ ਵਿੱਚ ਡਿੱਗ ਕੇ ਦਇਆ ਮੰਗ ਰਹੇ ਸਨ। ਡਾਕੂ ਨੇ ਗੁਰੂ ਜੀ ਨੂੰ ਕਿਹਾ, ਗੁਰੂ ਜੀ ਆਪ ਸਾਡੇ ਪਿੰਡ ਵਿੱਚ ਇੱਕ ਵਾਰ ਚਲੋ, ਅਸੀਂ ਤੁਹਾਡੀ ਸੇਵਾ ਕਰਨਾ ਚਾਹੁੰਦੇ ਹਾਂ। ਸਾਡਾ ਸਾਰਾ ਪਿੰਡ ਦਿਨ ਰਾਤ ਬੁਰੇ ਕੰਮ ਵਿੱਚ ਲੱਗਾ ਰਹਿੰਦਾ ਹੈ। ਅਸੀਂ ਭਟਕੇ ਹੋਏ ਹਾਂ, ਸਾਡਾ ਮਾਰਗਦਰਸ਼ਨ ਕਰੋ। ਅਸੀਂ ਲੋਕ ਹੱਤਿਆਰੇ ਹਾਂ। ਸਾਡਾ ਜੀਵਨ ਬਿਨਾ ਆਪ ਜੀ ਕੇ ਆਸ਼ੀਰਵਾਦ ਸੰਪੂर्ण ਨਹੀਂ ਹੋ ਸਕਦਾ। ਆਪ ਕਿਰਪਾ ਕਰੇ, ਸਾਡੇ ਪਿੰਡ ਆਏ। ਡਾਕੂਆਂ ਦਾ ਨਿਮੰਤਰਣ ਸਵੀਕਾਰ ਕਰਨ ਤੋਂ ਪਿੱਛੋਂ ਗੁਰੂ ਜੀ ਉਹਨਾਂ ਦੇ ਪਿੰਡ ਪਹੁੰਚੇ ਅਤੇ ਪੂਰੇ ਪਿੰਡ ਵਿੱਚ ਸਤਸੰਗ ਕੀਤਾ। ਗੁਰੂ ਜੀ ਦੇ ਆਸ਼ੀਰਵਾਦ ਨਾਲ ਬੁਰੇ ਡਾਕੂਆਂ ਦਾ ਪਿੰਡ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਵਿੱਚ ਬਦਲ ਗਿਆ ਅਤੇ ਗੁਰੂ ਜੀ ਆਪਣੀ ਅਗਲੀ ਯਾਤਰਾ ਤੇ ਨਿਕਲ ਗਏ। ਸਤਨਾਮ ਸ਼੍ਰੀ ਵਾਹਿਗੁਰੂ।